ਸੰਜੀਤ ਸਾਗਰ ਡੀਐਸਪੀ ਦੇ ਘਰ ਰੈਂਟ ਤੇ ਰਹਿਣ ਆਏ ਸੀ। ਸਟਾਰਟਿੰਗ 'ਚ ਸਾਡੇ ਨਾਲ ਪਰਿਵਾਰਕ ਸੰਬੰਧ ਬਣਾਏ, ਬਹੁਤ ਵਧੀਆ ਪਰਿਵਾਰਾਂ ਦਾ ਆਣਾ ਜਾਣਾ ਸੀ। ਇਹ ਹਵਾਨੀਅਤ ਦਿਖਾਈ, ਮੇਰੇ ਵਾਈਫ ਤੇ ਅਤਿਆਚਾਰ ਕੀਤਾ, ਫੋਰਸਫੁਲੀ ਰੇਪ ਕੀਤਾ, ਠੀਕ ਹੈ, ਤੇ ਕਈ ਵਾਰ ਕੀਤਾ। ਇਹ ਗਲਤ ਕੰਮ ਹੋਇਆ ਹੁੰਦਾ ਤਾਂ ਕੱਲ ਮਾਨਯੋਗ ਹਾਈ ਕੋਰਟ ਕੋਈ ਆਰਡਰ ਕਰ ਦਿੰਦੀ। ਉਹਨਾਂ ਦੇ ਅਫਸਰਾਂ ਤੇ ਪੂਰਾ ਭਰੋਸਾ, ਜਿਹੜੀ ਸਿੱਟ ਇਨਕੁਆਇਰੀ ਕਰਦੇ ਉਹਨਾਂ ਤੇ ਪੂਰਾ ਭਰੋਸਾ, ਜੋ ਹੋਊਗਾ ਸੱਚ ਹੀ ਹੋਊਗਾ। ਅਗਰ ਕੋਈ ਇਹੋ ਜਿਹੀ ਗ੍ਰੈਵਿਟੀ ਹੁੰਦੀ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਪੰਜਾਬ ਪੁਲਿਸ ਦੇ ਇੱਕ ਡੀਐਸਪੀ ਤੇ ਬੜੇ ਸੀਰੀਅਸ ਐਲੀਗੇਸ਼ਨਸ ਲੱਗ ਰਹੇ ਨੇ, ਰੇਪ ਦੇ ਐਲੀਗੇਸ਼ਨਸ ਲੱਗੇ ਨੇ, ਜਿਹਦੇ ਸਿਲਸਿਲੇ ਵਿੱਚ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਮਜਬੂਰਨ ਹਾਈ ਕੋਰਟ ਦਾ ਰੁਖ ਕਰਨਾ ਪਿਆ, ਕਿਉਂਕਿ ਇਹਨਾਂ ਦਾ ਕਹਿਣਾ ਹੈ ਵੀ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਜਿਹੜੀ ਐਫਆਈਆਰ ਹੈ ਇਸ ਸੰਬੰਧ ਵਿੱਚ ਨਹੀਂ ਦਰਜ ਕੀਤੀ ਗਈ ਸੀਗੀ। ਤਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ, ਤਾਂ ਹੁਣ ਹਾਈ ਕੋਰਟ ਦਾ ਉਸ 'ਤੇ ਕੀ ਆਰਡਰ ਆਇਆ ਉਹ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਿਹੜੀ ਪੀੜਿਤ ਹੈ, ਮੈਰਿਡ ਵੂਮਨ ਹੈ, ਉਹਨਾਂ ਦੇ ਹਸਬੈਂਡ ਦੇ ਨਾਲ ਗੱਲ ਕਰਾਂਗੇ ਤੇ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਯਾਦਵਿੰਦਰ ਸਿੰਘ ਨੇ ਸਾਡੇ ਨਾਲ ਪਟਿਆਲਾ ਤੋਂ। ਯਾਦਵਿੰਦਰ ਜੀ, ਬੜਾ ਸੀਰੀਅਸ ਐਲੀਗੇਸ਼ਨਸ ਤੁਹਾਡੇ ਵੱਲੋਂ ਲਾਇਆ ਗਿਆ ਹੈ, ਤੁਹਾਡੀ ਵਾਈਫ ਵੱਲੋਂ ਜਿਹੜੀ ਪਟੀਸ਼ਨ ਪਾਈ ਹੈ। ਮੈਂ ਚਾਹੂੰਗਾ ਵੀ ਜਿਹੜੇ ਡੀਐਸਪੀ ਨੇ, ਡੀਐਸਪੀ ਸੰਜੀਵ ਸਾਗਰ ਪਟਿਆਲਾ ਵਿਖੇ ਉਹਨਾਂ ਦੀ ਪੋਸਟਿੰਗ ਹੈ, ਪਹਿਲਾਂ ਤਾਂ ਤੁਸੀਂ ਦੱਸੋ ਵੀ ਮਾਮਲਾ ਕੀ ਹੈ ਜੀ। ਸਰ 2008 'ਚ ਅਸੀਂ ਸੰਜੀਵ ਸਾਗਰ ਡੀਐਸਪੀ ਦੇ ਘਰ ਰੈਂਟ ਤੇ ਰਹਿਣ ਆਏ ਸੀ ਤੇ 2015 ਤੱਕ ਰਹੇ। ਉਸ ਟਾਈਮ 'ਚ ਇਹਨੇ ਸਟਾਰਟਿੰਗ 'ਚ ਸਾਡੇ ਨਾਲ ਪਰਿਵਾਰਕ ਸੰਬੰਧ ਬਣਾਏ, ਬਹੁਤ ਵਧੀਆ ਪਰਿਵਾਰਾਂ ਦਾ ਆਣਾ ਜਾਣਾ ਸੀ। ਉਸ ਤੋਂ ਬਾਅਦ ਇਸਨੇ ਇਹ ਹਵਾਨੀਅਤ ਦਿਖਾਈ, ਮੇਰੇ ਵਾਈਫ ਤੇ ਅਤਿਆਚਾਰ ਕੀਤਾ, ਕੁੱਟਮਾਰ ਕੀਤੀ ਤੇ ਫੋਰਸਫੁਲੀ ਰੇਪ ਕੀਤਾ, ਠੀਕ ਹੈ, ਤੇ ਕਈ ਵਾਰ ਕੀਤਾ। ਤੇ ਮੈਨੂੰ ਦੱਸਦੇ ਹੋਏ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ, ਬਟ ਦੱਸਣਾ ਪੈਣਾ ਹੈ ਕਿਉਂਕਿ ਇਹਨੇ ਜੁਰਮ ਕੀਤਾ ਤਾਂ ਜੁਰਮ ਦੀ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਰੈਂਕ ਦਾ ਅਫਸਰ ਹੈ, ਚਾਹੇ ਕੋਈ ਵੀ ਇਨਸਾਨ ਹੈ, ਠੀਕ ਹੈ ਜੀ। ਅਤੇ ਮੈਂ ਇਸ ਸੰਬੰਧ ਦੇ ਵਿੱਚ ਪਹਿਲਾਂ ਏਡੀਜੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਲਈ ਆਈਐਸ ਆਫਿਸਰ ਦੀ ਡਿਮਾਂਡ ਕੀਤੀ ਸੀ ਕਿ ਉਹਨਾਂ ਤੋਂ ਇਨਕੁਆਇਰੀ ਕਰਾਈ ਜਾਵੇ ਸਾਫ ਸੁਥਰੇ ਤਰੀਕੇ ਨਾਲ ਸਰ। ਤਾਂ ਉਹਨਾਂ ਨੇ ਮੈਨੂੰ ਇਨਸਾਫ ਦਿੰਦੇ ਹੋਏ ਐਮਐਫ ਫਾਰੂਕੀ ਸਾਹਿਬ ਨੇ, ਏਡੀਜੀਪੀ ਸਾਹਿਬ, ਬਹੁਤ ਇਮਾਨਦਾਰ ਅਤੇ ਬਹਾਦਰ ਮੈਂ ਕਹਾਂਗਾ। ਤਾਂ ਸਲਾਮ ਕਰਦਾ ਐਸੇ ਜਿਹੇ ਅਫਸਰਾਂ ਨੂੰ ਜਿਨ੍ਹਾਂ ਨੇ ਸਾਨੂੰ 20-25 ਮਿੰਟ ਸੁਣਿਆ ਅਤੇ ਸਾਡੀ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਮੈਂ ਛੀਨਾ ਸਾਹਿਬ ਕੋਲ ਆਇਆ ਸਰ, ਪਟਿਆਲੇ ਆਈਜੀ ਸਾਹਿਬ ਨੇ, ਉਹਨਾਂ ਨੂੰ ਮਿਲਿਆ। ਉਹਨਾਂ ਨੇ ਵੀ ਮੇਰਾ ਪੂਰਾ ਰਿਗਾਰਡ ਕੀਤਾ, ਸਾਡੀ ਦੁੱਖ ਤਕਲੀਫ ਸੁਣੀ ਅਤੇ ਸੁਣ ਕੇ ਪਹਿਲਾਂ ਤਾਂ ਇਸ 'ਤੇ ਸ਼ਰਮਸਾਰ ਹੋਏ ਕਿ ਸਾਡੇ ਇੱਕ ਪੁਲਿਸ ਅਫਸਰ ਨੇ ਇਹ ਕੰਮ ਕੀਤਾ। ਤਾਂ ਮੈਨੂੰ ਕਹਿੰਦੇ ਦੁੱਖ ਹੈ। ਫਿਰ ਉਹਨਾਂ ਨੇ ਆਈਪੀਐਸ ਆਫਿਸਰ ਕਹਿੰਦੇ ਬਹੁਤ ਇਮਾਨਦਾਰ ਨੇ ਅਤੇ ਚੰਗੇ ਅਫਸਰ ਨੇ, ਆਪਣੇ ਮਿਸਟਰ ਸੰਦੀਪ ਮਲਿਕ ਜੀ, ਬਰਨਾਲਾ ਐਸਐਸਪੀ, ਉਹਨਾਂ ਦੇ ਲਗਾਈ ਸਰ। ਅਤੇ ਸਾਨੂੰ ਅਗਲੇ ਦਿਨ ਮਿਲਣ ਲਈ ਕਿਹਾ ਗਿਆ ਕਿ ਤੁਸੀਂ ਸਵੇਰੇ ਜਾਓ, ਮਲਿਕ ਸਾਹਿਬ ਨੂੰ ਮਿਲ ਕੇ ਆਓ। ਅਸੀਂ ਗਏ ਮਿਲਣ, ਉਹਨਾਂ ਨੇ ਵੀ ਬਹੁਤ ਵਧੀਆ ਸਰ ਸਾਨੂੰ ਡੀਲ ਕੀਤਾ ਅਤੇ ਸਾਡੀ ਸੁਣੀ ਫਰਿਆਦ। ਸੁਣ ਕੇ ਸਰ ਉਸੀ ਟਾਈਮ ਉਹਨਾਂ ਨੇ ਸਿੱਟ ਬਿਠਾਈ 3 ਬੰਦਿਆਂ ਦੀ ਅਤੇ ਕਿਹਾ ਵੀ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਅਤੇ ਜਲਦੀ ਦਵਾਂਗੇ, ਅਤੇ ਇਸ ਨੂੰ ਮੈਂ ਖੁਦ ਇਨਵੈਸਟੀਗੇਸ਼ਨ ਕਰੂੰਗਾ ਅਤੇ ਮੈਂ ਪਰਚਾ ਦਰਜ ਕਰੂੰਗਾ। ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਸਰ। ਬਟ ਐਸਆਈਟੀ ਦੇ ਜਿਹੜੇ 3 ਮੈਂਬਰ ਲਗਾਏ, ਇੱਕ ਐਸਪੀ ਮੇਜਰ ਸਿੰਘ ਇਨਵੈਸਟੀਗੇਸ਼ਨ ਆਫਿਸਰ ਨੇ, ਅਤੇ ਇੱਕ ਗੁਰਬਚਨ ਸਿੰਘ ਡੀਐਸਪੀ ਸਾਹਿਬ, ਇੱਕ ਸਰ ਸਬ ਇੰਸਪੈਕਟਰ ਮੈਡਮ ਨੇ, ਮੈਡਮ ਦਾ ਨਾਮ ਸ਼ਾਇਦ ਸ਼ੋਰ ਨਹੀਂ ਹੈ, ਗਗਨਦੀਪ ਕੌਰ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਰ ਇਹ 2 ਅਫਸਰ ਤਰ੍ਹਾਂ ਦਾ ਡੀਲ ਕਰ ਨਹੀਂ ਰਹੇ, ਸਾਨੂੰ ਕੇਸ ਇਨਵੈਸਟੀਗੇਸ਼ਨ ਨਹੀਂ ਕਰ ਰਹੇ, ਨਾ ਐਸਪੀ ਸਾਹਿਬ ਕਰ ਰਹੇ ਨੇ, ਡੀਐਸਪੀ ਮੈਡਮ ਹੀ ਬੈਠੇ ਨੇ। ਮੈਡਮ ਸਾਨੂੰ, ਅਸੀਂ 11 ਵਜੇ ਪਹੁੰਚਦੇ ਹਾਂ, ਸਿੱਟ ਦੇ ਮੈਂਬਰਾਂ ਕੋਲ ਆਪਣੇ ਬਿਆਨ ਕਰਾਤੇ, ਸਾਰੇ ਐਵੀਡੈਂਸ ਦੇਤੇ, ਪੈਨ ਡਰਾਈਵ ਦੇਤੀ, ਸਾਡੇ ਵੱਲੋਂ ਕੋਈ ਪੈਂਡਿੰਗ ਨਹੀਂ ਹੈ। ਉਸ ਤੋਂ ਬਾਅਦ ਸਾਨੂੰ ਬਾਰ-ਬਾਰ ਬੁਲਾਇਆ ਜਾ ਰਿਹਾ, 6-6 ਘੰਟੇ ਬਿਠਾ ਕੇ ਸਾਨੂੰ ਕਹਿ ਰਹੇ ਤੁਹਾਨੂੰ 3 ਦਿਨਾਂ ਬਾਅਦ ਬੁਲਾਵਾਂਗੇ, ਤੁਸੀਂ ਇੱਥੇ ਸਾਈਨ ਕਰਕੇ ਜਾਓ ਕਿ 3 ਦਿਨ ਦਾ ਟਾਈਮ ਤੁਸੀਂ ਲੈ ਰਹੇ ਹੋ।
ਮੈਂ ਕਿਹਾ ਜੀ ਅਸੀਂ ਕਿਉਂ ਲੈ ਰਹੇ ਹਾਂ, ਇਹ ਤਾਂ ਤੁਸੀਂ ਦੇ ਰਹੇ ਹੋ। ਚਲੋ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਮੰਨੋ ਸਹੀ। ਅਸੀਂ ਸਾਈਨ ਕੀਤੇ ਸਰ, ਮਜਬੂਰ ਸੀ। ਤੇ 2-3 ਵਾਰੀ ਹੋ ਲਿਆ। ਉਸ ਤੋਂ ਬਾਅਦ ਸਰ ਮੇਰੇ ਜਿੰਨੇ ਵੀ ਡਾਕੂਮੈਂਟ ਸੀ, ਦਿੱਤੇ ਹੋਏ ਬਿਆਨ, ਪੈਨ ਡਰਾਈਵ, ਉਹ ਡੀਐਸਪੀ ਸੰਜੀਵ ਸਾਗਰ ਨੇ ਆਪਣਾ ਸਬੂਤ ਪੁਲਿਸ ਦਾ ਦਿਖਾ ਕੇ ਉਹਨਾਂ ਤੋਂ ਹਾਸਲ ਕਰ ਲਏ ਇਲੀਗਲੀ ਤਰੀਕੇ ਨਾਲ। ਤਾਂ ਇਹੋ ਜਿਹੇ ਅਫਸਰ ਹੋਣ ਜਿਹੜੇ ਇਨਕੁਆਇਰੀ ਕਰ ਰਹੇ ਹੈ, ਠੀਕ ਹੈ। ਇੱਕ ਸਬ ਇੰਸਪੈਕਟਰ ਮੈਡਮ ਹੈ, ਉਹ ਡੀਐਸਪੀ ਦੇ ਖਿਲਾਫ ਕਿੱਥੋਂ ਚਲੇ ਜਾਏਗੀ ਸਰ, ਠੀਕ ਹੈ। ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਸੀਨੀਅਰ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਐਸਐਸਪੀ ਸਾਹਿਬ ਨੇ ਐਸਆਈਟੀ ਫਾਰਮ ਕੀਤੀ ਸੀਗੀ, ਐਸਐਸਪੀ ਆਪ ਹੋ ਗਏ ਜਾਂ ਜਿਹੜੇ ਐਸਆਈਟੀ ਦੇ ਵਿੱਚ ਐਸਪੀ ਸੀਗੇ, ਡੀਐਸਪੀ ਸੀਗੇ, ਉਹ ਕਿਉਂ ਨਹੀਂ ਮਤਲਬ ਕਾਰਵਾਈ ਕਰਨੀ ਚਾਹੁੰਦੇ? ਕੀ ਲੱਗਦਾ ਤੁਹਾਨੂੰ? ਸਰ ਕਿਉਂਕਿ ਉਹ ਇਹਨੂੰ ਬਚਾਉਣਾ ਚਾਹੁੰਦੇ ਆ। ਪੁਲਿਸ ਅਫਸਰ ਦਾ ਕਦੇ ਦੁਸ਼ਮਣ ਨਹੀਂ ਬਣਦਾ, ਉਹ ਦੋਸਤ ਹੀ ਬਣਦਾ, ਪਹਿਲੀ ਗੱਲ ਸਰ। ਅਤੇ ਦੂਜੀ ਗੱਲ, ਇਹਨੂੰ ਤਾਂ ਬਚਾਉਣਾ ਚਾਹੁੰਦੇ ਆ ਸਰ ਵੀ ਬਦਨਾਮੀ ਹੋਊਗੀ ਪੁਲਿਸ ਦੀ ਹੋਈ। ਲੇਕਿਨ ਮਲਿਕ ਸਾਹਿਬ ਤੋਂ ਪੂਰਾ ਭਰੋਸਾ ਸੀ ਅਤੇ ਹੁਣ ਵੀ ਹੈ, ਉਹ ਇਨਸਾਫ ਕਰਨਗੇ। ਬਟ ਇੱਕ ਦੁੱਖ ਹੋਊਗਾ ਮਲਿਕ ਸਾਹਿਬ ਨੂੰ, ਮੈਂ ਕਹਿਣਾ ਚਾਹਾਂਗਾ। ਅਤੇ ਮੈਂ ਘੱਟੋ ਘੱਟ 10 ਫੋਨ ਕੀਤੇ ਸਰ ਮਲਿਕ ਸਾਹਿਬ ਨੂੰ, ਲੈਂਡਲਾਈਨ ਨੰਬਰ 'ਤੇ। ਮੋਬਾਈਲ ਟਰਾਈ ਕੀਤਾ ਕੰਟਰੋਲ ਰੂਮ ਤੋਂ ਲੈ ਕੇ, ਉਹ ਮੋਬਾਈਲ ਆਊਟ ਆਫ ਕਵਰੇਜ ਏਰੀਆ ਦਿਖਾ ਰਿਹਾ ਸਰ। ਅਤੇ ਉਸ ਤੋਂ ਬਾਅਦ ਲੈਂਡਲਾਈਨ 'ਤੇ ਮੈਂ 8-10 ਵਾਰ ਫੋਨ ਕਰ ਲਿਆ ਸਰ, ਜਿਹਦਾ ਮੇਰੇ ਕੋਲ ਰਿਕਾਰਡ ਹੈ। ਅਤੇ ਪਰ ਫੋਨ ਅਟੈਂਡ 2-3 ਵਾਰੀ ਹੋਇਆ। ਉਹਨਾਂ ਨੇ ਇਹੀ ਗੱਲ ਕਹੀ ਵੀ ਸਾਹਿਬ ਅਵੇਲੇਬਲ ਨਹੀਂ। ਫਿਰ ਮੈਨੂੰ ਇਹ ਵੀ ਭਰੋਸਾ ਦਿੱਤਾ ਗਿਆ ਜਿਸ ਟਾਈਮ ਸਾਹਿਬ ਆਏ ਤੁਹਾਡੀ ਗੱਲ ਪੱਕਾ ਹੋਏਗੀ ਜੀ। ਮੈਂ ਕਿਹਾ ਠੀਕ ਹੈ ਜੀ। ਬਸ ਭਰੋਸੇ ਨਾਲ ਬੈਠਾ ਰਿਹਾ ਸਰ। ਉਸ ਤੋਂ ਬਾਅਦ ਮੈਂ ਹਾਈ ਕੋਰਟ ਸ਼ਰਨ 'ਚ ਆਇਆ ਸਰ। ਹਾਈ ਕੋਰਟ ਦੀ ਸ਼ਰਨ 'ਚ ਆ ਕੇ ਮੈਂ ਕਿਹਾ ਕਿ ਇਨਸਾਫ ਦੀ ਉਮੀਦ ਹੈ ਸਰ। ਇਨਸਾਫ ਥੋੜ੍ਹਾ ਜਿਹਾ। ਕਦੋਂ ਪਾਈ ਜੀ ਪਟੀਸ਼ਨ? ਮੈਂ 2 ਤਰੀਕ ਨੂੰ ਪਾਈ ਸੀ ਸਰ, 2 ਅਗਸਤ, ਔਰ 8 ਤਰੀਕ ਨੂੰ ਲੱਗੀ ਸੀ ਸਰ, ਮੰਡੇ। 8 ਤਰੀਕ ਨੂੰ ਫੈਸਲਾ ਇਹ ਹੋਇਆ ਕਿ ਸਟੇਟਸ ਰਿਪੋਰਟ ਮੰਗੀ, ਅਤੇ ਸਾਨੂੰ ਬਾਰ-ਬਾਰ ਬਰਨਾਲਾ ਪੁਲਿਸ ਹੈਰਾਨ ਪਰੇਸ਼ਾਨ ਨਾ ਕਰੇ, ਆਈਜੀ ਸਾਹਿਬ ਨੂੰ ਆਰਡਰ ਹੋਇਆ। ਇਹ ਲਿਖਤੀ 'ਚ ਦਿੱਤਾ ਜੀ ਕੋਰਟ ਨੇ, ਇਹ ਚੀਜ਼ ਮੈਂਸ਼ਨ ਕੀਤੀ? ਹਾਂਜੀ ਸਰ, ਹਾਂਜੀ। ਆਹ ਮੈਂ ਆਰਡਰ ਦਿਖਾਉਣਾ ਚਾਹੁੰਦਾ। ਆਹ 3 ਨੰਬਰ ਆਈਜੀ ਸਾਹਿਬ ਦਾ, ਰਿਸਪੋਂਡੈਂਟ ਨੰਬਰ 3, ਵੀ ਨਾਟ ਹਰਾਸਡ ਬਾਈ ਪੁਲਿਸ ਆਫਿਸਰ ਇਨ ਦੀ ਕੰਟੈਸਟ ਪ੍ਰੈਜ਼ੈਂਟ ਇਸ਼ੂ। ਬਟ ਇਹ ਆਰਡਰ ਕੱਲ੍ਹ ਹੋਇਆ ਸਰ, ਅੱਜ ਮੰਗਲਵਾਰ ਹੈ, 9 ਤਰੀਕ ਹੈ। ਅੱਜ ਫਿਰ ਮੈਨੂੰ ਫੋਨ ਆਇਆ ਸਰ ਵੀ ਤੁਸੀਂ ਆਏ ਨਹੀਂ। ਐਸਆਈਟੀ ਮੈਂਬਰ ਵੱਲੋਂ? ਐਸਆਈਟੀ ਦੀ ਰੀਡਰ ਸਾਹਿਬ ਦਾ ਆਇਆ ਸੀ, ਐਸਪੀ ਸਾਹਿਬ ਦੇ ਰੀਡਰ ਗਗਨਦੀਪ ਸਿੰਘ ਦਾ। ਤਾਂ ਮੈਂ ਇੱਕੋ ਗੱਲ ਕੀਤੀ ਵੀ ਮੈਂ ਜਦੋਂ ਸਾਰੇ ਐਵੀਡੈਂਸ ਦੇ ਗਿਆ, ਗਵਾਹੀਆਂ ਦੇ ਗਿਆ, ਬਿਆਨ ਦੇ ਗਿਆ, ਤੁਹਾਨੂੰ ਪ੍ਰੂਫ ਦੇ ਗਿਆ, ਹੋਰ ਤੁਹਾਨੂੰ ਕੀ ਚਾਹੀਦਾ? ਮੈਨੂੰ ਬੁਲਾ ਕੇ ਉੱਥੇ ਕਰਨਾ ਕੀ ਹੈ? ਤੁਸੀਂ ਕੇਸ ਰਜਿਸਟਰਡ ਕਿਉਂ ਨਹੀਂ ਕਰਦੇ? ਉਹਦਾ ਗਿਆ ਇਹ ਸੀ ਵੀ ਕਹਿੰਦਾ ਅਸੀਂ ਅਨਸਾਈਨਡ ਬਿਆਨ ਲਿਆ ਮੈਡਮ ਦਾ। ਮੈਂ ਕਿਹਾ ਅਨਸਾਈਨਡ ਕਿਉਂ ਲਿਆ? ਉਸੀ ਦਿਨ ਸਾਈਨ ਕਰਾ ਲੈਂਦੇ। ਤਾਂ ਕਹਿੰਦਾ ਨਹੀਂ, ਹਲੇ ਅਨਸਾਈਨਡ ਦੀ ਲੋੜ ਸੀ ਸਾਨੂੰ, ਅਨਸਾਈਨਡ ਲਿਆ। ਮੈਂ ਕਿਹਾ ਤਾਂ ਕਿ ਦੂਜੀ ਪਾਰਟੀ ਫੋਟੋ ਖਿੱਚ ਲੈਂਦੀ। ਇਹੀ ਗੱਲ ਹੈ ਨਾ। ਉਸ ਤੋਂ ਬਾਅਦ ਉਹਦਾ ਰੀਡਰ ਦਾ ਮੈਨੂੰ ਇਹ ਗੱਲ ਕਹਿ ਰਿਹਾ, ਉਹਦੀ ਰਿਕਾਰਡਿੰਗ ਹੈ ਮੇਰੇ ਕੋਲ। ਰੀਡਰ ਮੈਨੂੰ ਕਹਿ ਰਿਹਾ ਕਿ ਤੁਹਾਡੀ ਰਿਟ ਦਾ ਤਾਂ ਸਾਨੂੰ ਪਤਾ ਕੱਲ੍ਹ ਹੀ ਲੱਗ ਗਿਆ ਸੀ ਕੀ ਆਰਡਰ ਹੋਇਆ, ਅਤੇ 18/10 ਦੀ ਪੇਸ਼। ਮੈਂ ਕਿਹਾ ਜਦੋਂ ਤੁਹਾਨੂੰ ਇੰਨਾ ਪਤਾ ਲੱਗ ਗਿਆ ਫਿਰ ਤੁਸੀਂ ਮੈਨੂੰ ਫੋਨ ਕਿਉਂ ਕਰ ਰਹੇ ਹੋ? ਆਹ ਗੱਲ ਹੈ ਸਰ। ਪੁਲਿਸ ਤੋਂ ਉਮੀਦ ਨਹੀਂ ਹੈ। ਹੁਣ ਹਾਈ ਕੋਰਟ ਕੋਲ ਆਏ ਜਸਟਿਸ ਲਈ। ਬਾਕੀ ਹਲੇ ਵੀ ਮੈਨੂੰ ਫਰੂਕੀ ਸਾਹਿਬ ਵਰਗੇ ਅਫਸਰ ਅਤੇ ਛੀਨਾ ਸਾਹਿਬ ਆਈਜੀ ਅਤੇ ਮਲਿਕ ਸਾਹਿਬ 'ਤੇ ਪੂਰਾ ਭਰੋਸਾ ਹੈ, ਮੈਨੂੰ ਇਨਸਾਫ ਮਿਲੂਗਾ ਸਰ। ਅੱਛਾ, ਤੁਸੀਂ ਗੱਲ ਕੀਤੀ ਵੀ ਹੁਣ ਤੁਸੀਂ ਪਹੁੰਚੇ ਹੋ ਹਾਈ ਕੋਰਟ, ਪਰ 2008 ਤੋਂ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਤੁਹਾਡੇ ਵਾਈਫ ਦੇ ਨਾਲ ਜੋ ਵੀ ਬਦਸਲੂਕੀ ਕੀਤੀ ਗਈ, ਵਧੀਕੀ ਕੀਤੀ ਗਈ, ਡੀਐਸਪੀ ਧੱਕੇਸ਼ਾਹੀ ਕੀਤੀ ਇਹਨੇ, ਪੁਲਿਸ ਦੀ ਵਰਦੀ ਨੂੰ ਬਦਨਾਮ ਕੀਤਾ। ਤੇ ਮੇਰਾ ਸਵਾਲ ਇਹ ਹੈ ਜੀ, 2008 ਤੋਂ ਲੈ ਕੇ 2022 ਤੱਕ ਇੰਨੇ ਸਾਲ ਕਿਉਂ ਲੱਗੇ ਤੁਹਾਨੂੰ ਕੋਰਟ ਪਹੁੰਚਣ ਦੇ ਵਿੱਚ? ਇਹਦੇ ਪਿੱਛੇ ਕਹਾਣੀ ਕੀ ਹੈ? ਕਹਾਣੀ ਸਰ, ਮੇਰੇ ਵਾਈਫ ਗਰੀਬ ਪਰਿਵਾਰ ਤੋਂ, ਇਨ-ਲਾਜ਼ ਮੇਰੇ, ਅਤੇ ਮੈਂ ਵੀ ਕੋਈ ਲੈਂਡਲੋਰਡ ਨਹੀਂ ਹੈ, ਮਜ਼ਦੂਰੀ ਕਰਨ ਵਾਲਾ ਬੰਦਾ, ਠੀਕ ਹੈ ਜੀ।
ਤਾਂ ਹੀ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ, ਉਹ ਵੀ ਇਸ ਦੇ ਘਰ। ਇਸਨੇ ਇਹਦੀਆਂ 10 ਵਗਾਰਾਂ ਵੀ ਭੁਗਤਣੀਆਂ ਕਿਰਾਏ ਦੇਣ ਤੋਂ ਇਲਾਵਾ। ਕਦੇ ਅੱਜ ਤੱਕ ਮੈਂ ਜ਼ਿੰਦਗੀ 'ਚ ਕਿਰਾਇਆ ਲੇਟ ਨਹੀਂ ਕੀਤਾ ਸੀ। 5-5 ਮਹੀਨਿਆਂ ਦਾ ਐਡਵਾਂਸ ਦਿੱਤਾ ਇਹਨੂੰ ਕਿਰਾਇਆ। ਸੱਚ ਹੈ, 5 ਮਹੀਨੇ ਦਾ 6 ਮਹੀਨੇ ਦਾ ਇਹਨੂੰ ਐਡਵਾਂਸ ਦੇਣਾ ਕਿ ਆਲੇ ਚੱਕ। ਫਿਰ ਇਹਨੇ 4-5 ਮਹੀਨੇ ਬਾਅਦ ਕਹਿ ਦੇਣਾ ਕਿਰਾਇਆ ਵਧਾ ਦੇ। ਚੰਗਾ ਜੀ, ਵਧਾ ਦਿੰਦੇ। ਇੱਕ ਰਿਲੇਸ਼ਨ ਇਹਨੇ ਐਸਾ ਬਣਾ ਲਿਆ ਵੀ ਵੱਡਾ ਭਾਈ ਕਹਿਣਾ, ਮੈਂ ਪੈਰ ਹੀ ਹੱਥ ਲਾ ਕੇ ਇਹਨੂੰ ਮਿਲਦਾ ਹੁੰਦਾ ਸੀ, ਵੱਡੇ ਭਾਈ ਦੀ ਤਰ੍ਹਾਂ ਰਿਸਪੈਕਟ ਦੇਣੀ। ਪਰ ਇਹ ਛਿੱਤਰਾਂ ਦੇ ਕਾਬਲ ਹੈ। ਡੀਐਸਪੀ ਸੰਜੀਵ ਸਾਗਰ ਛਿੱਤਰਾਂ ਦੇ ਕਾਬਲ ਹੈ, ਬਦਦੁਆਵਾਂ ਦੇ ਕਾਬਲ ਹੈ। ਤਾਂ ਹੀ ਇਹਦੀ ਦੁਰਦਸ਼ਾ ਹੋਈ ਹੈ। ਅਤੇ ਰੱਬ ਇਹਨੂੰ ਹੋਰ ਬਦਦੁਆਵਾਂ ਦੇਵੇ ਅਤੇ ਇਹਦੀ ਦੁਰਦਸ਼ਾ ਕਰੇ, ਨਾਸ਼ ਕਰੇ, ਵਿਨਾਸ਼ ਕਰੇ। ਅਸੀਂ ਤਾਂ ਇਹ ਚਾਹੁੰਦੇ ਹਾਂ ਸਰ, ਇਹਦਾ ਕੱਖ ਨਾ ਰਹੇ, ਵੰਸ਼ ਸਾਰਾ ਖਤਮ ਹੋ ਜਾਏ। ਪੰਜਾਬੀ 'ਚ ਇੰਨਾ ਮੈਂ ਦੁਖੀ ਹੋਇਆ ਹੋਇਆ। ਮੇਰਾ ਪਰਿਵਾਰ ਇਹਨੇ ਰੋਲ ਕੇ ਰੱਖਤਾ, ਮੈਂ ਜੀ ਨਹੀਂ ਪਾ ਰਿਹਾ, ਕੰਮ 'ਚ ਮੇਰਾ ਮਨ ਨਹੀਂ ਲੱਗ ਰਿਹਾ। ਠੀਕ ਹੈ, ਇੰਨਾ ਸ਼ੁਕਰ ਹੈ ਰੱਬ ਦਾ, ਦਾਤੇ ਦਾ, ਮੈਂ ਆਪਣੇ ਬੱਚੇ ਸਟੈਂਡ ਕਰਤੇ। ਇੱਕ ਮੇਰਾ ਆਸਟ੍ਰੇਲੀਆ 'ਚ ਹੈ, ਇੱਕ ਕੈਨੇਡਾ 'ਚ ਹੈ। ਬੱਚਿਆਂ ਪਿੱਛੇ ਬੰਦਾ ਇਨਸਾਨ ਬਹੁਤ ਕੁਝ ਕਰਦਾ ਸਰ। ਮੇਰੀ ਵਾਈਫ ਜੇਕਰ ਚੁੱਪ ਰਹੀ, ਚੁੱਪ ਦਾ ਕਾਰਨ ਬੱਚੇ ਸੀ। ਥ੍ਰੈਟ ਕੀਤਾ ਇਹਨੇ ਕਿ ਤੇਰੇ ਘਰ ਵਾਲੇ ਨੂੰ ਕਿਸੇ ਵੀ ਕੇਸ 'ਚ ਮੈਂ ਫਸਾ ਦਾਂ। ਪਹਿਲੀ ਵਾਰੀ ਇਹਨੇ ਜ਼ਬਰਦਸਤੀ ਕਰਕੇ, ਦੂਜੀ ਵਾਰੀ ਇਹਨੂੰ ਮਨਾਇਆ ਕਿ ਮੈਂ ਕਿਸੇ ਵੀ ਕੇਸ 'ਚ ਫਸਾ ਦਾਂਗਾ ਜੇਕਰ ਤੂੰ ਮੇਰਾ ਕਹਿਣਾ ਨਾ ਮੰਨਿਆ। ਠੀਕ ਹੈ, 15-20 ਵਾਰ ਇਸ ਨਾਲ ਧੱਕਾਸ਼ਾਹੀ ਹੋਈ। ਠੀਕ ਹੈ, ਉਸ ਤੋਂ ਬਾਅਦ ਵੀ ਤੂੰ ਬਿਮਾਰ ਹੋ ਗਿਆ, ਲੱਤਾਂ ਤੇਰੀਆਂ ਕਬਰਾਂ 'ਚ ਹੈ, ਬਦਦੁਆਵਾਂ ਤੈਨੂੰ ਲੱਗੀਆਂ ਹੋਈਆਂ, ਸ਼ੂਗਰ ਦਾ ਤੂੰ ਮਰੀਜ਼ ਹੈ। ਠੀਕ ਹੈ, ਤੂੰ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਮੇਰੇ ਘਰ ਤੂੰ ਫਿਰ ਕੀ ਕਰਨ ਆ ਰਹੇ ਹੈ? ਮਾਲਿਸ਼ਾਂ ਲਈ ਮਾਲਿਸ਼ ਵਾਲੇ ਬੈਠੇ ਨੇ। ਠੀਕ ਹੈ, ਤੂੰ ਮੇਰੀ ਘਰਵਾਲੀ ਨੂੰ ਥ੍ਰੈਟ ਕਰ ਰਹੇ ਕਿ ਤੇਰੇ ਬੱਚੇ ਬਾਹਰ ਚਲੇ ਗਏ। ਠੀਕ ਹੈ, ਅਤੇ ਤੂੰ ਹੁਣ ਵਿਹਲੀ ਹੈ, ਮੈਂ ਬਿਮਾਰ ਰਹਿੰਦਾ, ਮੈਂ ਡਰਾਈਵਰ ਨੂੰ ਭੇਜੂੰਗਾ ਇਹਦੇ ਨਾਲ, ਆਈ ਮੇਰੀ ਮਾਲਿਸ਼ ਕਰ ਜੀ। ਕਰਾਨਾ ਇਹਦੀ ਮੈਂ ਮਾਲਿਸ਼, ਹੁਣ ਕਰਾਊਂਗਾ ਚੰਗੀ ਤਰ੍ਹਾਂ ਜੀ। ਮੈਮ ਤੁਸੀਂ ਕੀ ਕਹਿਣਾ ਚਾਹੋਗੇ ਜੀ, ਜਿਵੇਂ ਤੁਹਾਡੇ ਹਸਬੈਂਡ ਨੇ ਦੱਸਿਆ ਵੀ ਇੰਨੇ ਵਾਰੀ ਫੋਰਸਫੁਲੀ ਵਧੀਕੀ ਕੀਤੀ ਅਤੇ ਇੰਨਾ ਸਮਾਂ ਤੁਸੀਂ ਇਹ ਗੱਲ ਨੂੰ ਦਬਾ ਕੇ ਕਿਵੇਂ ਰੱਖਿਆ ਫਿਰ? ਕਿਉਂਕਿ ਹੁਣ ਜਾ ਕੇ ਤੁਸੀਂ ਦੱਸਿਆ ਅਤੇ ਹੁਣ ਤੁਹਾਨੂੰ ਫਿਰ ਪੁਲਿਸ ਦਾ ਰੁਖ ਕਰਨਾ ਪਿਆ, ਕੋਰਟ ਦਾ। ਇੰਨਾ ਸਮਾਂ ਤੁਸੀਂ ਆਪਣੇ ਆਪ 'ਚ ਕਿਉਂ ਰੱਖੀ ਜੀ ਗੱਲ? ਜੀ ਮੈਂ ਬੱਚਿਆਂ ਕਰਕੇ ਆਪਣੇ ਚੁੱਪ ਰਹੀ। ਮੈਨੂੰ ਬਹੁਤ ਜ਼ਿਆਦਾ ਥ੍ਰੈਟ ਕੀਤਾ ਗਿਆ ਸੀਗਾ। ਸੰਜੀਵ ਸਾਗਰ ਨੇ ਬਹੁਤ ਮੇਰੇ ਨਾਲ ਬੇਇਨਸਾਫੀ ਕੀਤੀ, ਬਹੁਤ ਜ਼ਿਆਦਾ। ਪਰ ਮੈਂ ਸਿਰਫ ਆਪਣੇ ਬੱਚਿਆਂ ਕਰਕੇ ਚੁੱਪ ਰਹੀ। ਹੁਣ ਮੇਰੇ ਬੱਚੇ ਬਾਹਰ ਚਲੇ ਗਏ ਦੋਨੋਂ। ਉਸ ਤੋਂ ਬਾਅਦ ਵੀ ਇਹ ਮਹੀਨੇ 1.5 ਮਹੀਨੇ ਬਾਅਦ ਫਿਰ ਮੇਰੇ ਕੋਲ ਆਇਆ ਜੀ ਘਰੇ। ਇਹਨੇ ਮੇਰੇ ਘਰ ਦੀ ਬੈਲ ਮਾਰੀ, ਜਿਸ ਤਰ੍ਹਾਂ ਮੇਰੇ ਹਸਬੈਂਡ ਨੇ ਤੁਹਾਨੂੰ ਦੱਸਿਆ ਸਾਰਾ। ਉਸ ਤੋਂ ਬਾਅਦ ਫਿਰ ਮੈਂ ਆਪਣੇ ਹਸਬੈਂਡ ਨੂੰ ਸਾਰਾ ਕਹਾਣੀ ਦੱਸਦੀ ਵੀ ਇਹ ਅੱਜ ਤੋਂ ਲੈ ਕੇ 2008 ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਇਹ ਕੁਝ ਹੋਇਆ। ਤਾਂ ਜੀ ਮੈਨੂੰ ਇਨਸਾਫ ਚਾਹੀਦਾ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਬਸ ਕਿ ਇਹਨੂੰ ਸਜ਼ਾ ਦੇਵੇ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੰਜੀਵ ਸਾਗਰ ਨੂੰ। ਹੁਣ ਕੋਰਟ ਦੇ ਵਿੱਚ ਕਿਉਂਕਿ ਸਬੂਤਾਂ ਦਾ ਅਹਿਮ ਰੋਲ ਹੁੰਦਾ ਹੈ, ਕਿਉਂਕਿ ਬਹੁਤ ਪੁਰਾਣੀਆਂ ਗੱਲਾਂ ਨੇ, ਸੋ ਸਬੂਤ ਤੁਸੀਂ ਕਿਸ ਤਰੀਕੇ ਦੇ ਨਾਲ ਜੁਟਾ ਰਹੇ ਹੋ? ਲੱਗਦਾ ਵੀ ਉਹ ਵੀ ਇੱਕ ਚੈਲੰਜ ਹੋਊਗਾ, ਉੱਪਰੋਂ ਪੁਲਿਸ ਦੇ ਨਾਲ ਪੰਗਾ ਲੈ ਰਹੇ ਹੋ ਅਤੇ ਉੱਧਰੋਂ ਸਬੂਤ ਤੁਹਾਨੂੰ ਪੇਸ਼ ਕਰਨੇ ਪੈਣ। ਸਬੂਤ ਤਾਂ ਖੁਦ ਚੱਲ ਕੇ ਆ ਰਹੇ ਨੇ। ਬਾਕੀ ਜਿੱਥੇ ਰੱਬ ਖੜਾ ਹੈ ਨਾ, ਜਿੱਥੇ ਤੁਸੀਂ ਸੱਚੇ ਹੋ, ਪਹਿਲੀ ਗੱਲ ਆਹ ਮੇਰੀ ਕੰਪਲੇਂਟ ਪੜ੍ਹ ਲਓ, ਇੱਕ ਇੱਕ ਸ਼ਬਦ ਸਹੀ ਹੈ। ਉਸ ਤੋਂ ਬਾਅਦ ਮੈਨੂੰ ਝੂਠ ਦਾ ਸਹਾਰਾ ਨਹੀਂ ਲੈਣਾ ਪੈ ਰਿਹਾ। ਪਹਿਲੀ ਗੱਲ, ਝੂਠ ਦਾ ਸਹਾਰਾ ਝੂਠੇ ਬੰਦੇ ਨੂੰ ਹੀ ਲੈਣਾ ਪੈਂਦਾ। ਤਾਂ ਮੈਂ ਕਿਤੇ ਕਮਜ਼ੋਰ ਨਹੀਂ ਹਾਂ, ਮੈਨੂੰ ਨਹੀਂ ਲੱਗਦਾ। ਜੇਕਰ ਮੈਂ ਸੱਚਾ ਹੈ ਤਾਂ ਮੈਨੂੰ ਕੋਈ ਡਰਨ ਦੀ ਲੋੜ ਨਹੀਂ, ਨਾ ਝਿਜਕਣ ਦੀ ਲੋੜ। ਮੈਨੂੰ ਇੰਨਾ ਪਤਾ ਹੈ ਫਾਈਟ ਮੇਰੀ ਕਿਸਮਤ 'ਚ ਲਿਖੀ ਹੈ, ਤਾਂ ਫਾਈਟ ਕਰ ਰਹੇ। ਸੰਜੀਵ, ਜੇਕਰ ਆਪਣੇ ਪਰਿਵਾਰ ਨੂੰ ਨਾ ਇਨਸਾਫ ਦਿਲਾ ਸਕਿਆ ਫਿਰ ਮੈਂ ਕੀ ਕਰਾਂਗਾ? ਲੱਖ ਲਾਹਨਤ ਤਾਂ ਮੇਰੇ 'ਤੇ ਹੈ ਸਰ। ਡੀਐਸਪੀ ਸੰਜੀਵ ਸਾਗਰ ਜਿਨ੍ਹਾਂ 'ਤੇ ਤੁਸੀਂ ਐਲੀਗੇਸ਼ਨਸ ਲਾ ਰਹੇ ਹੋ, ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਅਪਰੋਚ ਕਿੰਨੀ ਕੁ ਵਾਰ ਕੀਤਾ ਵੀ ਤੁਸੀਂ ਇਸ ਮਾਮਲੇ ਨੂੰ ਦਬਾ ਦਿਓ? ਕੀ ਕੁਛ ਕਿਹਾ ਜਾਂ ਤੁਹਾਡੇ ਕੋਲ ਐਡਮਿਟ ਕਰ ਲਿਆ ਸੀ ਉਹਨਾਂ ਨੇ ਵੀ ਹਾਂ ਮੈਥੋਂ ਗਲਤੀ ਹੋਈ ਹੈ? ਹਾਂਜੀ ਸਰ, ਉਹਨਾਂ ਨੇ ਪ੍ਰੂਫ ਵੀ ਨੇ ਤੁਹਾਡੇ ਕੋਲ? ਹਾਂਜੀ ਸਰ, ਉਹਨਾਂ ਦੀ ਵੌਇਸ ਰਿਕਾਰਡਿੰਗ ਹੈ। ਐਕਚੁਅਲੀ 11 ਤਰੀਕ ਨੂੰ ਜਦੋਂ ਅਸੀਂ ADGP ਸਾਹਿਬ ਨੂੰ ਮਿਲੇ, 12 ਤਰੀਕ ਨੂੰ ਇਹਨੂੰ ਪਤਾ ਲੱਗ ਗਿਆ ਵੀ ਕੰਪਲੀਟ ਦੇਈ ਗਈ। ਇੱਕ ਮੇਰੇ ਬਹੁਤ ਵਧੀਆ ਮਿੱਤਰ ਨੇ ਕੁਲਵੰਤ ਸਿੰਘ ਕਟਾਰੀਆ ਐਡਵੋਕੇਟ, ਉਹ ਇਹਨਾਂ ਦੇ ਸਾਲੇ ਦਾ ਵੀ ਦੋਸਤ ਹੈ ਸਰ, DSP ਸੰਜੀਵ ਸਾਗਰ ਦੇ। ਤਾਂ ਜਦੋਂ ਇਹਨੂੰ DSP ਨੂੰ ਪਤਾ ਲੱਗੀ ਸੰਜੀਵ ਸਾਗਰ ਨੂੰ ਕਿ ਕੰਪਲੀਟ ਦਿੱਤੀ ਗਈ ਯਾਦਵਿੰਦਰ ਅਤੇ ਉਹਦੇ ਮਿਸਿਸ ਵੱਲੋਂ, ਤਾਂ ਇਹਨੇ ਸਰ ਉਹਨੂੰ ਕਟਾਰੀਆ ਨੂੰ ਪਾਇਆ। ਜਿਹੜੇ ਕੁਲਵੰਤ ਸਿੰਘ ਕਟਾਰੀਆ ਮੇਰੇ ਦੋਸਤ ਹੈ, ਉੱਧਰ ਉਹਨਾਂ ਦਾ ਵੀ ਦੋਸਤ ਹੈ।
ਉਹਨੂੰ ਪਾਇਆ ਤਾਂ ਉਹਨੇ ਮੈਨੂੰ ਫੋਨ ਕੀਤਾ ਵੀ ਮੈਂ ਤੈਨੂੰ ਅੱਜ ਹੁਣੀ ਇਸੀ ਵਕਤ ਮੇਰੇ ਘਰ ਆ ਕੇ ਜਾ। ਅਸੀਂ ਸਰ ਘਰ ਉਹਨਾਂ ਦੇ ਐਂਟਰ ਹੋਏ, ਅੰਦਰ ਦੇਖਿਆ ਸੰਜੀਵ ਸਾਗਰ ਡੀਐਸਪੀ ਬੈਠਾ ਹੈ, ਉਹਦੀ ਮਿਸਿਸ ਹੈ ਮਿੰਨੀ ਪਜਨੀ, ਉਹਦੇ ਫਾਦਰ ਰਜਿੰਦਰਪਾਲ ਸਾਗਰ, ਉਹਦੇ ਮਾਂ ਤਾ ਜਿਹਨੂੰ ਮੈਂ ਵੀ ਆਪਣੀ ਮਾਂ ਹੀ ਕਹਿੰਦਾ ਸੀ, ਕਹਿੰਦਾ ਹਾਂ, ਤੇ ਫਾਦਰ ਵੀ ਮੇਰੇ ਫਾਦਰ ਦੀ ਤਰ੍ਹਾਂ ਹੀ ਹੈ ਸਰ। ਤੇ ਪੂਰਾ ਪਰਿਵਾਰ ਇੱਕ ਪਰਿਵਾਰ ਦੀ ਤਰ੍ਹਾਂ ਸੀ ਸਰ। ਦੁੱਖ ਆਉਂਦਾ, ਤੁਸੀਂ ਦੱਸੇ ਸੀ ਵੀ ਉੱਥੇ ਬੈਠੇ ਸੀ ਸਾਰੇ, ਉਸ ਤੋਂ ਬਾਅਦ ਫਿਰ ਕੀ? ਸਾਰੇ ਬੈਠੇ ਸੀ ਸਰ। ਚਲੋ ਮੈਂ ਜੋ ਮੇਰਾ ਫਰਜ਼ ਬਣਦਾ ਸੀ ਉਹਦੇ ਮੰਮੀ ਡੈਡੀ ਦੇ ਪੈਰੀ ਹੱਥ ਲਾਇਆ, ਮੈਂ ਮਿਲਿਆ, ਤੇ ਕਹਿੰਦੇ ਕੀ ਗੱਲ ਹੈ ਯਾਦਵਿੰਦਰ, ਤੂੰ ਕੰਪਲੀਟ ਦਿੱਤੀ ਹੈ ਸੰਜੂ ਤੇ। ਸੰਜੂ ਨੂੰ ਛੋਟਾ ਨਾਂ ਸੰਜੀਵ ਸਾਗਰ ਦਾ ਛੋਟਾ ਨਾਂ ਸੰਜੂ ਕਹਿੰਦੇ। ਮੈਂ ਕਿਹਾ ਜੀ ਜੇਕਰ ਮੇਰੀ ਕੰਪਲੀਟ ਗਲਤ ਹੈ ਤਾਂ ਮੇਰੇ ਗੋਲੀ ਮਾਰ ਦਿਓ। ਕਹਿੰਦੇ ਗੋਲੀ ਕਿਉਂ ਮਾਰੀ ਹੈ, ਤੂੰ ਪੁੱਤ ਹੈ ਸਾਡਾ, ਸੰਜੂ ਤੋਂ ਬਾਅਦ ਤੂੰ ਹੈ। ਮੈਂ ਕਿਹਾ ਅੱਛਾ। ਕਹਿੰਦੇ ਤੈਨੂੰ ਪੁੱਤ ਬਣਾਇਆ ਤੇ ਪੁੱਤ ਹੀ ਰਹੇਗਾ ਤੂੰ, ਪਰ ਇਹ ਕੰਪਲੀਟਾਂ ਵਾਪਸ ਲੈ। ਮੈਂ ਕਿਹਾ ਜੀ ਪਹਿਲਾਂ ਤੁਹਾਨੂੰ ਪੂਰੀ ਕਹਾਣੀ ਦਾ ਪਤਾ ਹੈ? ਕਹਿੰਦੇ ਥੋੜ੍ਹਾ ਥੋੜ੍ਹਾ ਦੱਸਿਆ ਇਹਨੇ। ਕਹਿੰਦਾ ਇਹ ਕਹਿ ਰਿਹਾ ਝੂਠੇ ਐਲੀਗੇਸ਼ਨ ਲਾ ਰਿਹਾ ਹੈ ਉਹ। ਮੈਂ ਕਿਹਾ ਬੁਲਾਓ ਉਹਨੂੰ। ਉਹ ਦੂਜੇ ਕਮਰੇ 'ਚ ਬੈਠ ਗਿਆ ਸੀ ਜਾ ਕੇ, ਤਾਂ ਆਇਆ ਜੀ, ਦੱਸ। ਕਹਿੰਦਾ ਮੈਂ ਕੀ ਯਾਰ ਮਾਰ ਕੀਤੀ ਹੈ, ਕੀ ਹੈ? ਪਹਿਲਾਂ ਤਾਂ ਮੰਨੇ ਨਾ। ਫਿਰ ਉਹਦੇ ਫਾਦਰ ਨੇ ਕਿਹਾ, ਕਹਿੰਦਾ ਤੈਨੂੰ ਮੈਂ ਬਚਪਨ ਤੋਂ ਜਾਣਦਾ, ਸੰਜੂ ਗਲਤ ਹੈ ਇੱਥੇ ਤੂੰ। ਫਿਰ ਉਹਦੀ ਮਾਂ ਨੇ ਵੀ ਕਿਹਾ, ਕਹਿੰਦੇ ਸੰਜੂ ਆਪਣਾ ਜੁਰਮ ਕਬੂਲ ਕਰ ਲੈ, ਗਲਤੀ ਮੰਨ ਲੈ ਆਪਣੀ, ਗਲਤ ਹੈ ਤੂੰ ਇੱਥੇ। ਫਿਰ ਉਹਦੀ ਵਾਈਫ ਨੇ ਕਿਹਾ, ਤੂੰ ਭਾਜੀ ਮੈਂ ਹੱਥ ਜੋੜਦੀ ਹਾਂ, ਇਸ ਕੇਸ ਨੂੰ ਵਾਪਸ ਅੱਗੇ ਨਹੀਂ ਚਲਾਉਣਾ, ਵਾਪਸ ਲਓ ਅਤੇ ਮੇਰੇ 'ਤੇ ਰਹਿਮ ਕਰੋ, ਮੈਂ ਤੁਹਾਡੀ ਭੈਣਾਂ ਵਰਗੀ ਹਾਂ ਛੋਟੀ। ਮੈਂ ਕਿਹਾ ਤੂੰ ਤਾਂ ਮੇਰੀ ਭੈਣਾਂ ਵਰਗੀ ਹੈ, ਠੀਕ ਹੈ। ਇਹਨੇ ਮੇਰੇ ਘਰ ਵਾਲੀ ਨੂੰ ਕੀ ਸਮਝਿਆ ਸੀ? ਸਾਡੀ ਕੋਈ ਇੱਜ਼ਤ ਨਹੀਂ, ਗਰੀਬ ਹੈ, ਗਰੀਬ ਦੀ ਕੋਈ ਇੱਜ਼ਤ ਨਹੀਂ। ਨਹੀਂ ਭਾਜੀ ਐਸਾ ਨਹੀਂ, ਐਸਾ ਨਹੀਂ। ਫਿਰ ਕਹਿੰਦੀ ਜੋ ਤੁਸੀਂ ਜੋ ਵੀ ਕਰੋਗੇ ਸਜ਼ਾ ਤਾਂ ਮੈਨੂੰ ਮਿਲਣੀ ਹੈ। ਮੈਂ ਕਿਹਾ ਤੈਨੂੰ ਕਾਹਦੀ ਮਿਲਣੀ ਹੈ ਸਜ਼ਾ? ਤਾਂ ਇਹ ਹੱਕਦਾਰ ਹੈ ਸਜ਼ਾ ਦਾ, ਇਸੇ ਨੂੰ ਮਿਲੇਗੀ। ਫਿਰ ਕਹਿੰਦੀ ਮਾफ़ੀ ਦੇ ਦਿਓ। ਮੈਂ ਕਿਹਾ ਮਾफ़ੀ ਗਲਤੀ ਦੀ ਹੁੰਦੀ ਹੈ, ਜੁਰਮ ਦੀ ਮਾफ़ੀ ਨਹੀਂ ਹੁੰਦੀ, ਜੁਰਮ ਦੀ ਤਾਂ ਸਜ਼ਾ ਹੀ ਮਿਲੇਗੀ। ਚਲੋ ਜੀ, ਫਿਰ ਮੈਨੂੰ ਕਹਿ ਰਿਹਾ ਤੂੰ ਜੋ ਕਹਿ ਰਿਹਾ ਮੈਂ ਉਹਦੇ ਲਈ ਮਾफ़ੀ ਮੰਗਦਾ। ਮੈਂ ਕਿਹਾ ਇਹ ਤਾਂ ਹੰਕਾਰ 'ਚ ਕਹਿ ਰਿਹਾ ਨਾ, ਤੇਰਾ ਹੰਕਾਰ ਅਤੇ ਗਰੂਰ ਹੀ ਤਾਂ ਤੋੜਨਾ ਹੁਣ। ਮੈਂ ਕਿਹਾ ਹੁਣ ਤਾਂ ਹੱਕ ਸੱਚ ਦੀ ਲੜਾਈ ਹੈ, ਮੈਨੂੰ ਲੜਨੀ ਪੈਣੀ ਹੈ। ਇਸ 'ਚ ਜਾਂ ਤਾਂ ਮੇਰੀ ਪੂਰੀ ਹਾਰ ਹੋਏਗੀ ਜਾਂ ਪੂਰੀ ਠੋਕ ਕੇ ਜਿੱਤ। ਹਾਰ ਵੀ ਗਿਆ ਤਾਂ ਅਫਸੋਸ ਨਹੀਂ ਹੋਊਗਾ, ਜਿੱਤ ਗਿਆ ਤਾਂ ਰੱਬ ਦਾ ਸ਼ੁਕਰਗੁਜ਼ਾਰ ਹੋਊਗਾ। ਇਹ ਪੂਰੀ ਜਿਹੜੀ ਕਨਵਰਸੇਸ਼ਨ ਤੁਹਾਡੀ ਹੋਈ ਉਸ ਵੇਲੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨੇ ਇਹ ਕਿਹਾ, ਵੌਇਸ ਰਿਕਾਰਡਿੰਗ ਕੀਤੀ ਸੀ ਸਰ। ਉਹ ਵੌਇਸ ਰਿਕਾਰਡਿੰਗ ਮੈਂ ਸਿੱਟ ਦੇ ਮੈਂਬਰਾਂ ਨੂੰ, ਸਾਰਿਆਂ ਨੂੰ, ਪੁਲਿਸ ਅਫਸਰਾਂ ਨੂੰ ਦਿੱਤੀ, ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਤੇ ਵੌਇਸ ਰਿਕਾਰਡਿੰਗਾਂ ਮੈਂ ਘੱਟੋ ਘੱਟ ਇੱਕ ਤਾਂ ਇਸ ਮੀਟਿੰਗ ਦੀ ਕੀਤੀ, ਇੱਕ 18 ਜੁਲਾਈ ਦੀ ਕੀਤੀ ਸਰ। ਉਹ ਮੇਰੇ ਇੱਕ ਮੂੰਹ ਬੋਲੇ ਸਿਸਟਰ ਨੇ, ਗੁਰਵਿੰਦਰ ਕੌਰ ਟਿਵਾਣਾ, ਉਹਨਾਂ ਦੇ ਘਰ ਹੋਈ ਸੀ। ਉਸ ਮੀਟਿੰਗ 'ਚ ਸੰਜੀਵ ਸਾਗਰ ਦੀ ਵਾਈਫ, ਸੰਜੀਵ ਸਾਗਰ ਦਾ ਸਕਾ ਸਾਲਾ ਮਹਿੰਦਰ ਪਜਨੀ, ਔਰ ਅੱਗੇ ਉਹਦਾ ਮੁੰਡਾ ਨਵੀ ਪਜਨੀ, ਔਰ ਕੁਲਵੰਤ ਸਿੰਘ ਕਟਾਰੀਆ ਐਡਵੋਕੇਟ ਮੌਜੂਦ ਸੀ। ਇਹਨਾਂ ਦੇ ਸਾਹਮਣੇ ਮੇਰੇ ਘਰ ਵਾਲੀ ਦੇ ਪੈਰੀ ਪਏ ਅਤੇ ਉਹਨੇ ਕਿਹਾ ਵੀ ਸੰਜੀਵ ਸਾਗਰ ਡੀਐਸਪੀ ਵੱਲੋਂ ਮੈਂ ਮਾफ़ੀ ਮੰਗਦਾ। ਸੰਜੀਵ ਸਾਗਰ ਦੇ ਸਾਲੇ ਨੇ ਕਿਹਾ, ਅਤੇ ਉਹਦੇ ਮੁੰਡਾ ਵੀ ਪੈਰੀ ਪਿਆ। 2-4 ਮਿੰਟ ਇਹ ਪੈਰਾਂ 'ਚ ਹੀ ਪਏ ਰਹੇ। ਤਾਂ ਅਸੀਂ ਬਾਰ-ਬਾਰ ਉਹਨਾਂ ਨੂੰ ਮਿੰਨਤਾਂ ਕੀਤੀਆਂ ਵੀ ਤੁਹਾਡਾ ਕੋਈ ਕਸੂਰ ਨਹੀਂ, ਤੁਸੀਂ ਕਿਉਂ 1 ਮਿੰਟ ਸ਼ਰਮਸਾਰ ਹੋ ਰਹੇ ਹੋ, ਨਾਲੇ ਕਰ ਰਹੇ ਹੋ। ਤੁਹਾਡਾ ਜਦੋਂ ਕਸੂਰ ਹੀ ਨਹੀਂ, ਨਾ ਅਸੀਂ ਇਹ ਗੱਲਾਂ ਮੰਨ ਸਕਦੇ ਵੀ ਤੁਸੀਂ 1 ਮਿੰਟ ਆਪਣੀ ਜਗ੍ਹਾ, ਸਾਡੀ ਜਗ੍ਹਾ ਰੱਖ ਕੇ ਦੇਖੋ ਆਪਣੇ ਆਪ ਨੂੰ। ਤੁਸੀਂ ਇਹ ਇੰਨਾ ਕੁਝ ਬਰਦਾਸ਼ਤ ਕਰ ਲੈਂਦੇ? ਇਹੀ ਗੱਲਾਂ ਤੁਹਾਡੀ ਸਕੀ ਭੈਣ ਨਾਲ ਹੋਈਆਂ ਹੁੰਦੀਆਂ, ਫਿਰ ਖੂਨ ਖੋਲ੍ਹਦਾ ਕਿ ਨਹੀਂ? ਅੱਜ ਜੇਕਰ ਮੈਂ ਮਰਦ ਹਾਂ ਜੀ ਤਾਂ ਉੱਠਿਆ ਹੈ, ਇੱਕ ਮਰਦ ਅੱਜ ਜੁਰਅਤਾਂ ਨਾਲ ਉੱਠਿਆ ਵੀ ਆਪਣੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ, ਤਾਂ ਮੈਂ ਇਹਦੀ ਚੋਟੀ ਦਾ ਜ਼ੋਰ ਲਾ ਦੂੰਗਾ, ਇਸ ਡੀਐਸਪੀ ਸੰਜੀਵ ਸਾਗਰ ਨੂੰ ਅੰਦਰ ਕਰਾ ਕੇ ਹਟਾਊਂਗਾ। ਅੱਛਾ, ਇਸ ਸੰਬੰਧ 'ਚ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਰੋਚ ਕੀਤੀ ਜਾਂ ਕਿਸੇ ਹੋਰ ਮੰਤਰੀ ਨੂੰ? ਕਿਉਂਕਿ ਨਵੀਂ ਸਰਕਾਰ ਬਣੀ ਹੈ ਅਤੇ ਸਰਕਾਰ ਤਾਂ ਦਾਅਵੇ ਵੀ ਕਰਦੀ ਹੈ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਉਹ ਅਸੀਂ ਦੂਰ ਕਰਾਂਗੇ ਜਿੱਥੇ ਕਿਤੇ ਵੀ ਧੱਕਾ ਹੋ ਰਿਹਾ। ਨਹੀਂ ਸਰ, ਮੈਂ
ਇਸ ਤਰ੍ਹਾਂ ਭਗਵੰਤ ਮਾਨ ਜੀ ਦੇ ਪੋਰਟਲ ਤੇ ਪਾਇਆ ਸੀ, ਜਿਹਦਾ ਇੰਨਾ ਕਿ ਸਕਿੰਟਾਂ 'ਚ ਹੀ ਜਵਾਬ ਆ ਗਿਆ ਸੀ, ਮੇਰੀ ਕੰਪਲੇਂਟ ਦਾ ਨੰਬਰ ਆ ਗਿਆ ਸੀ। ਬਟ ਉਹ ਜਿਹੜੀ ਕੰਪਲੇਂਟ ਸੀ ਐਸਐਸਪੀ ਪਟਿਆਲਾ ਨੂੰ ਮਾਰਕ ਹੋਈ। ਐਸਐਸਪੀ ਸਾਹਿਬ ਸਾਡੇ ਐਸੇ ਵਧੀਆ, ਬਹੁਤ ਜ਼ਿਆਦਾ ਵਧੀਆ ਬੰਦੇ ਨੇ, ਬਹੁਤ ਹੀ ਜ਼ਿਆਦਾ ਵਧੀਆ, ਜਿਹੜੇ ਪਟਿਆਲੇ ਲਗਾਏ ਹੋਏ ਨੇ, ਮਿਸਟਰ ਦੀਪਕ ਪਾਰਿਕ, ਜਿਹਨੇ ਮੈਨੂੰ ਕੰਪਲੇਂਟ ਦਾ ਅਜੇ ਤੱਕ ਨੰਬਰ ਹੀ ਨਹੀਂ ਪਤਾ ਲੱਗਿਆ ਸਰ, ਅਤੇ ਮੇਰੀ ਕੰਪਲੇਂਟ ਕਿੱਥੇ ਗਈ ਹੈ ਮੈਨੂੰ ਇਹ ਨਹੀਂ ਪਤਾ। ਅਗਰ ਮੈਂ ਮਿਲਿਆ ਜਾ ਕੇ, ਕਿਹੜੀ ਕੰਪਲੇਂਟ ਕਿੱਥੇ ਦਿੱਤੀ ਸੀ, ਕਦੋਂ ਦਿੱਤੀ ਸੀ, ਇਹਨਾਂ ਨੇ ਖੁਰਦ ਬੁਰਦ ਕਰਾਤੀ, ਤਾਂ ਮੈਂ ADG ਸਾਹਿਬ ਕੋਲੇ ਫਰਿਆਦ ਲੈ ਕੇ ਪਹੁੰਚਿਆ ਸੀ ਸਰ। ਬਾਕੀ ਇੰਨਾ ਕਿ ਭਗਵੰਤ ਮਾਨ ਜੀ ਸਰਕਾਰ 'ਤੇ ਬਹੁਤ ਭਰੋਸਾ ਹੈ, ਇਹਨਾਂ ਦੇ ਸਿਸਟਮ 'ਤੇ ਭਰੋਸਾ ਹੈ। ਜਿਹੜੇ ਸਿਸਟਮ 'ਚ ਇਹਨਾਂ ਨੇ ਅਫਸਰ ਲਾਏ ਨੇ ਬਹੁਤ ਵਧੀਆ ਲਾਏ ਨੇ ਅਤੇ ਇਮਾਨਦਾਰ ਲਾਏ ਨੇ, ਅਤੇ ਆਪਣੀ ਜੋ ਵੀ ਹੈ ਫਾਰੂਕੀ ਸਾਹਿਬ, ਛੀਨਾ ਸਾਹਿਬ ਅਤੇ ਮਲਿਕ ਸਾਹਿਬ ਵਰਗੇ। ਤੁਹਾਡੇ ਪਟਿਆਲੇ 'ਚ ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਨੇ, ਚਾਹੇ ਕੋਹਲੀ ਸਾਹਿਬ ਹੋਣ, ਡਾਕਟਰ ਬਲਬੀਰ ਸਿੰਘ ਹੋਣ, ਉਹਨਾਂ ਨੂੰ ਵੀ ਕੋਈ ਅਪਰੋਚ ਕੀਤੀ ਹੈ? ਸ਼ਾਇਦ ਉਹਨਾਂ ਕੋਲ ਤੁਸੀਂ ਜਾਓਗੇ ਅਤੇ ਉਹ CM ਸਾਹਿਬ ਤੱਕ ਮੈਸੇਜ ਪਹੁੰਚਾ ਸਕਦੇ। ਸਰ ਮੈਂ ਹਲੇ ਤੱਕ ਤਾਂ ਨਹੀਂ ਗਿਆ, ਨਾ ਮੈਨੂੰ ਇਹ ਰਸਤੇ ਪਤਾ ਹੈ, ਨਾ ਮੈਨੂੰ ਕਦੇ ਲੋੜ ਪਈ ਹੈ ਸਰ। ਤੁਸੀਂ ਸਿੱਧਾ ਕੋਰਟ ਦਾ ਰੁਖ ਕੀਤਾ ਵੀ ਕੋਰਟ ਵੱਲੋਂ ਹੀ ਜੋ ਹੋਊਗਾ ਉਹ? ਹਾਂਜੀ ਸਰ। ਬਾਕੀ CM ਸਾਹਿਬ ਦੇ ਅੱਗੇ ਇੱਕ ਬੇਨਤੀ ਕਰਾਂਗਾ। ਪਹਿਲਾਂ ਤਾਂ ਧੰਨਵਾਦ ਆ ਤੁਹਾਡਾ, ਤੁਸੀਂ ਪੰਜਾਬ ਦੇ ਸਾਡੇ ਚੁਣੇ ਹੋਏ ਬਹੁਤ ਵਧੀਆ ਲੀਡਰ ਹੋ, ਠੀਕ ਹੈ। ਦੂਜੀ ਗੱਲ, ਚੰਗੇ ਅਫਸਰ ਲਗਾਏ ਨੇ ਸਰ, ਅਤੇ ਤੀਜੀ ਗੱਲ ਇਹ ਹੈ ਤੁਹਾਡੇ ਇਨਸਾਫ 'ਤੇ ਪੂਰਾ ਭਰੋਸਾ ਹੈ। ਮੈਂ ਇਹ ਕਹਾਂਗਾ ਵੀ ਬੇਨਤੀ ਕਰ ਸਕਦਾ ਤੁਹਾਡੇ ਚਰਨਾਂ 'ਚ, ਵੱਡੇ ਭਰਾ ਹੋ ਤੁਸੀਂ, ਠੀਕ ਹੈ, ਅਤੇ ਸਾਡੇ ਮੁੱਖ ਮੰਤਰੀ ਹੋ ਪੰਜਾਬ ਦੇ ਮੌਜੂਦਾ, ਅਤੇ ਬਹੁਤ ਲੋਕਾਂ ਨੂੰ ਉਮੀਦਾਂ ਹੈ ਤੁਹਾਡੇ ਇਨਸਾਫ 'ਤੇ। ਬਸ ਜੇਕਰ ਇਨਸਾਫ ਕਰ ਸਕਦੇ ਹੋ ਤਾਂ ਇਨਸਾਫ ਕਰ ਦਿਓ। ਮੈਂ ਨਹੀਂ ਚਾਹੁੰਦਾ ਵੀ ਮੇਰਾ ਦੁੱਖ ਦਰਦ ਸੁਣ ਕੇ, ਬਸ ਇਨਸਾਫ ਕਰੋ ਕਿ ਸਾਨੂੰ ਇਨਸਾਫ ਮਿਲ ਸਕੇ, ਸੱਚਾਈ ਦੀ ਜਿੱਤ ਹੋ ਸਕੇ। ਅਤੇ ਜੋ ਉਹਨੇ DSP ਸੰਜੀਵ ਸਾਗਰ ਨੇ ਕ੍ਰਾਈਮ ਕੀਤਾ ਹੈ, ਉਹਦੀ ਮਾਫੀ ਨਹੀਂ ਹੋਣੀ ਚਾਹੀਦੀ, ਸਜ਼ਾ ਹੋਣੀ ਚਾਹੀਦੀ ਹੈ। ਅੱਛਾ, ਉਸ ਵੇਲੇ ਤੁਹਾਡੇ ਰਿਸ਼ਤੇ ਕਿਵੇਂ ਦੇ ਸੀਗੇ ਉਹਨਾਂ ਦੇ ਨਾਲ? 2008 ਦੇ ਵਿੱਚ ਗੱਲ ਕਰੀਏ, ਉਸ ਵੇਲੇ ਸੰਜੀਵ ਸਾਗਰ ਦੀ ਕੀ ਭੂਮਿਕਾ ਸੀਗੀ? ਕਿਵੇਂ ਦਾ ਤੁਹਾਡਾ ਰਿਲੇਸ਼ਨ ਸੀ? ਕਦੇ ਸੋਚਿਆ ਸੀਗਾ ਵੀ ਇਸ ਤਰੀਕੇ ਨਾਲ ਵੀ ਕੋਈ ਕਰ ਸਕਦੇ ਨੇ? ਫਿਰ ਇਹ ਜੋ ਕੁਛ ਵੀ ਜਿਵੇਂ ਤੁਸੀਂ ਐਲੀਗੇਸ਼ਨਸ ਲਾ ਰਹੇ ਹੋ ਵੀ 15 ਵਾਰੀ ਜਾਂ 15 ਤੋਂ 20 ਵਾਰੀ ਕੀਤਾ, ਉਹ ਹਰ ਵਾਰ ਤੁਹਾਡੀ ਐਬਸੈਂਸ 'ਚ ਹੀ ਹੁੰਦਾ ਰਿਹਾ ਜੀ? ਸਰ ਜਿਵੇਂ ਮੇਰਾ ਕੰਮ ਹੈ ਮਿਨੀਟ ਸੈਕਟਰੀ ਡਾਕੂਮੈਂਟੇਸ਼ਨ ਦਾ, ਠੀਕ ਹੈ ਜੀ। ਮੈਂ ਹੁਣ ਸਵੇਰੇ 8:30 9 ਵਜੇ ਚਲੇ ਜਾਣਾ ਸਰ, 6 ਵੀ ਵੱਜ ਜਾਂਦੇ, 7 ਵੀ ਵੱਜ ਜਾਂਦੇ ਸਰ ਕੰਮ ਕਾਰ 'ਚ। ਹੁਣ ਜਿਹੜੇ ਬੰਦੇ ਆਏ ਹੋਏ ਨੇ ਕਲਾਇੰਟ, ਉਹਨਾਂ ਦਾ ਕੰਮ ਕਰਕੇ ਉਹਨਾਂ ਨੂੰ ਤੋਰਨਾ ਸਰ, ਚਾਹੇ ਟਾਈਮ ਜਿੰਨਾ ਮਰਜ਼ੀ ਲੱਗੇ। ਉਹ ਗੱਲ ਹੈ ਵੀ ਇਹਦੀ ਉਸ ਟਾਈਮ ਡਿਊਟੀ SSP ਦਫ਼ਤਰ ਦੇ ਸਾਹਮਣੇ ਹੀ ਸੀ ਸਰ, ਸਾਡੇ ਮਿਨੀ ਸੈਕਟਰ ਦੇ ਸਾਹਮਣੇ SSP ਦਫ਼ਤਰ। ਉਸ ਟਾਈਮ 'ਚ ਇਹ ਸਬ ਇੰਸਪੈਕਟਰ ਹੁੰਦਾ ਸੀ ਸਰ। ਫਿਰ ਇਹ ਇੰਸਪੈਕਟਰ ਬਣਿਆ, ਉਹ ਵੀ ਜਦੋਂ ਲਾਈਨ ਹਾਜ਼ਰ ਹੋਇਆ, DIG ਸਾਹਿਬ ਨੇ ਇਹਨੂੰ ਸਸਪੈਂਡ ਕਰਕੇ ਪੁਲਿਸ ਲਾਈਨ 'ਚ ਲਾਈਨ ਹਾਜ਼ਰ ਕੀਤਾ ਸੀ। 2017-18 ਦੀ ਗੱਲ ਹੈ। ਕਿਸੇ ਨੇ ਲੇਡੀਜ਼ ਪਤਾ ਨਹੀਂ ਜੈਂਟਸ ਨੇ ਪੈਟਰੋਲ ਛਿੜਕ ਲਿਆ ਸੀ ਆਪਣੇ ਉੱਪਰ, ਅਤੇ ਉਹ ਕੇਸ 'ਚ ਇਸ 'ਤੇ ਮੁਕੱਦਮਾ ਹੀ ਚੱਲਿਆ ਸੀ ਸਰ। ਅਤੇ ਬਾਕੀ ਕ੍ਰਿਮੀਨਲ ਬੰਦਾ ਸਰ, ਕ੍ਰਿਮੀਨਲ। ਅੱਜ ਗੱਲਾਂ ਯਾਦ ਆਉਂਦੀਆਂ ਤਾਂ ਮੈਂ ਕਹਿ ਰਿਹਾ, ਕਿਸੇ ਟਾਈਮ 2008 'ਚ ਇਹ ਸਾਡੇ ਲਈ ਇੱਕ ਪਰਿਵਾਰਕ ਮੈਂਬਰ ਵੀ, ਮੈਂ ਵੱਡਾ ਭਾਈ ਮੰਨ ਲਿਆ ਸੀ ਸਰ। ਦਿਮਾਗ 'ਚ ਅਮੇਜ ਬੈਠ ਗਈ, ਵੱਡਾ ਭਾਈ ਵੀ ਸਿਰ 'ਤੇ ਬੈਠਾ। ਕਿਉਂ ਮੇਰੀ ਮਾਤਾ ਦੇ ਅੱਗੇ ਇਹ ਕਹਿੰਦਾ ਹੁੰਦਾ ਸੀ, ਮਾਤਾ ਇਹਦੇ ਸਿਰ 'ਤੇ ਬਾਪ ਨਹੀਂ ਹੈ, ਕੋਈ ਗੱਲ ਨਹੀਂ, ਇਹਦਾ ਵੱਡਾ ਭਾਈ ਬੈਠਾ ਹੈ, ਮੈਂ ਹੈਗਾ, ਕੋਈ ਦੁੱਖ ਤਕਲੀਫ ਹੈ ਦੱਸ। ਪਰ ਮੈਨੂੰ ਕਦੇ ਰੱਬ ਦੀ ਕਿਰਪਾ ਨਾਲ ਕਦੇ ਲੋੜ ਹੀ ਨਹੀਂ ਪਈ। ਜੇਕਰ ਕਿਉਂਕਿ ਮੈਂ ਕਿਹੜਾ ਭੁੱਕੀ ਫੀਮ ਵੇਚਦਾ ਸਰ, ਤਾਂ ਡਰਾਂ। ਹੁਣ ਹਾਂ ਥੋੜ੍ਹਾ ਜਿਹਾ ਡਰ ਇਸ ਗੱਲੋਂ ਲੱਗ ਰਿਹਾ, ਇਹਦੇ ਜਿਹੜੇ ਨਾਲ ਕੰਮ ਕੀਤਾ ਜੀਤ ਸਿੰਘ ਮੱਲੀ, ਪੁਲਿਸ ਇੰਸਪੈਕਟਰ ਹੈ, ਰਿਟਾਇਰਡ ਹੋ ਗਿਆ, ਉਹ ਮੈਨੂੰ ਥ੍ਰੈਟ ਕਰਨ ਆ ਰਿਹਾ ਸਰ, ਜਦ ਦੀ ਮੈਂ ਕੰਪਲੀਟ ਦਿੱਤੀ। ਉਸ ਤੋਂ ਬਾਅਦ ਇਹਦਾ ਗਨਮੈਨ ਹੈ ਸਤਵੀਰ ਸ਼ਰਮਾ, ਉਹ ਥ੍ਰੈਟ ਕਰਦਾ। ਉਹ ਤਾਂ ਇਹ ਥ੍ਰੈਟ ਕਰਦਾ ਵੀ 10 ਲੱਖ ਲੈ ਲੈ, ਨਹੀਂ ਤਾਂ 10 ਲੱਖ SIT ਦੀ ਟੀਮ ਨੂੰ ਦੇ ਆਵਾਂਗੇ। ਓਪਨਲੀ ਕਹਿ ਕੇ ਗਿਆ, ਕਹਿੰਦਾ ਤੂੰ ਨਹੀਂ ਲਏ, SIT ਦੀ ਟੀਮ ਕਿਤੇ ਨਹੀਂ ਗਈ। ਹੁਣ ਸਾਨੂੰ ਕੁਛ ਆਪਾਂ ਜਦ ਤੱਕ ਸ਼ੋਰ ਨਹੀਂ ਹੈ ਸਰ, ਆਪਾਂ ਕਿਸੇ 'ਤੇ ਐਲੀਗੇਸ਼ਨ ਲਾ ਨਹੀਂ ਸਕਦੇ। ਅਗਲਾ ਕਹਿ ਗਿਆ ਠੀਕ ਕਹਿ ਗਿਆ, ਮੈਂ ਉਈਓ ਹਵਾ 'ਚ ਤੀਰ ਮਾਰਾਂ, ਕੋਈ ਫਾਇਦਾ ਨਹੀਂ, ਝੂਠ ਬੋਲ ਕੇ ਕੋਈ ਫਾਇਦਾ ਨਹੀਂ। ਸੱਚ 'ਤੇ ਖੜ੍ਹੇ, ਤੇ ਹੱਕ ਸੱਚ ਦੀ ਲੜਾਈ ਹੈ। ਇੰਨਾ ਕਿ ਸ਼ੋਰ ਹੈ, ਮੈਂ ਕਿਸੇ ਪਾਸੋਂ ਕਮਜ਼ੋਰ ਨਹੀਂ ਹਾਂ,
ਕਿਸੇ ਪਾਸੋਂ ਕੋਈ ਟੈਨਸ਼ਨ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਸੱਚ ਹੈ। ਮੈਮ ਇੱਕ ਛੋਟੀ ਜਿਹੀ ਗੱਲ ਇਹ ਵੀ ਦੱਸੋ, ਜਿਵੇਂ ਐਸਆਈਟੀ ਦੀ ਇਹਨਾਂ ਨੇ ਗੱਲ ਕੀਤੀ, ਤੁਸੀਂ ਪੇਸ਼ ਹੋਣ ਜਾਂਦੇ ਸੀ ਕਿ ਤੁਹਾਡੇ ਬਿਆਨ ਹੁੰਦੇ ਸੀ ਬਰਨਾਲਾ, ਤੇ ਉੱਥੇ ਕਿਉਂਕਿ ਲੇਡੀ ਸਬ ਇੰਸਪੈਕਟਰ ਐਸਆਈਟੀ ਦੇ ਵਿੱਚ ਸੀਗੇ, ਪਰ ਉਹਨਾਂ ਦਾ ਤੁਹਾਡੇ ਨਾਲ ਕਿਵੇਂ ਦਾ ਵਤੀਰਾ ਰਿਹਾ? ਤੁਹਾਨੂੰ ਲੱਗਿਆ ਨਹੀਂ ਕਦੇ ਵੀ ਇਨਸਾਫ ਦੇ ਪਾਉਣਗੇ ਜਦੋਂ ਗੱਲਬਾਤ ਕਰਦੇ ਸੀ? ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਸੀਗੇ ਵੀ ਆਪ ਤੁਸੀਂ ਕਹੋ ਵੀ 3 ਦਿਨਾਂ ਬਾਅਦ ਆਉਂਗੇ, ਤੇ ਫਿਰ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਕਿਵੇਂ ਦਾ ਐਟੀਟਿਊਡ ਹੁੰਦਾ ਸੀ ਉਹਨਾਂ ਦਾ? ਸਰ ਪਹਿਲੀ ਵਾਰ ਤਾਂ ਜਦ ਮਿਲੇ ਆ, ਜਦ ਤਾਂ ਬੜੇ ਚੰਗੇ ਤਰ੍ਹਾਂ ਸਾਡੇ ਨਾਲ ਡੀਲ ਕੀਤਾ ਉਹਨਾਂ ਨੇ। ਬਸ ਜਿੰਨੀ ਵਾਰ ਬਾਅਦ 'ਚ ਬੁਲਾਇਆ ਉਹਨਾਂ ਨੇ, ਬਸ ਸਾਨੂੰ ਬਿਠਾ ਕੇ ਰੱਖ ਲੈਣਾ, ਇੱਕ ਵਾਰੀ ਮਿਲ ਲੈਣਾ। ਅਸੀਂ ਇੱਕ ਜਗ੍ਹਾ ਬੈਠੇ ਰਹਿੰਦੇ ਸੀ ਦੋਨੋਂ ਹਸਬੈਂਡ ਵਾਈਫ। ਬਸ ਜੀ ਮੈਡਮ ਕਰ ਰਹੇ ਹਾਂ ਜੀ ਸਰ, ਬਸ ਬੁਲਾਉਂਦੇ ਹਾਂ ਤੁਹਾਨੂੰ, ਬੁਲਾਉਂਦੇ ਹਾਂ ਜੀ, ਲੈਂਦੇ ਹਾਂ। ਅਸੀਂ 5-5 6-6 ਘੰਟੇ ਬੈਠੇ ਰਹਿੰਦੇ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ। 5:30-6 ਵਜੇ ਉਹਨਾਂ ਨੇ ਆ ਕੇ ਕਹਿ ਦੇਣਾ ਜੀ ਹੁਣ ਤਾਂ ਜੀ ਟਾਈਮ ਨਹੀਂ ਰਿਹਾ, ਹੁਣ ਤੁਸੀਂ ਤੁਹਾਨੂੰ ਫੋਨ ਕਰਾਂਗੇ, ਫਿਰ ਆਇਓ ਤੁਸੀਂ। ਵੀ ਬਹੁਤ ਜ਼ਿਆਦਾ ਉਹਨਾਂ ਦਾ ਰਵੱਈਆ ਥੋੜ੍ਹਾ ਜਿਹਾ ਚੇਂਜ ਹੋ ਗਿਆ ਸੀਗਾ ਬਾਅਦ 'ਚ, ਤਾਂ ਸਾਨੂੰ ਸ਼ੱਕ ਹੋ ਗਿਆ ਸੀਗਾ ਵੀ ਕੋਈ ਗੜਬੜ ਲੱਗ ਰਹੀ ਹੈ। ਹੁਣ ਤੁਸੀਂ ਕੋਰਟ 'ਚ ਪਹੁੰਚੇ ਹੋ, ਮੀਡੀਆ ਦੇ ਵਿੱਚ ਵੀ ਤੁਸੀਂ ਆਪਣੀ ਗੱਲ ਰੱਖੀ ਹੈ, ਤੇ ਹੁਣ ਤੁਹਾਨੂੰ ਕੋਈ ਡਰ ਲੱਗਦਾ ਵੀ ਉਹ ਦੁਬਾਰੇ ਡੀਐਸਪੀ ਸੰਜੀਵ ਸਾਗਰ ਤੁਹਾਡੇ ਤੇ ਕੋਈ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਨ? ਕਰ ਸਕਦੇ, ਉਹ ਤਾਂ ਕਰ ਹੀ ਰਹੇ ਹਾਂ ਜੀ। ਉਹ ਤਾਂ ਜਦ ਦੀ ਅਸੀਂ ਕੰਪਲੇਂਟ ਪਾਈ ਹੈ, ਉਹ ਤਾਂ ਜਦ ਦੇ ਹੀ ਕਰ ਰਹੇ ਆ। ਕਦੀ ਕਿਸੇ ਨੂੰ ਸਾਡੇ ਘਰ ਭੇਜ ਰਹੇ ਆ, ਕਦੀ ਕਿਸੇ ਨੂੰ ਭੇਜ ਰਹੇ ਆ। ਸਾਡੇ ਕੋਲ ਸੀਸੀਟੀਵੀ ਦੇ ਕੈਮਰੇ ਲੱਗੇ ਹੋਏ ਆ, ਨਾ ਫੋਟੇਜ ਵੀ ਅਸੀਂ ਲਗਾਈ ਆ ਨਾਲ, ਸਾਰਾ ਕੁਛ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਹਾਰ ਕੇ ਥੱਕ ਹਾਰ ਕੇ ਕੋਰਟ 'ਚ ਆਏ ਹਾਂ। ਹੁਣ ਦੇਖੋ ਇੱਥੋਂ ਸਾਨੂੰ ਇਨਸਾਫ ਮਿਲੇ, ਉਮੀਦ ਪੂਰੀ ਹੈ ਸਾਨੂੰ, ਬਾਕੀ ਰੱਬ ਦੇਖੋ ਕੀ ਕਰਦਾ ਜੀ। ਸਰ 4-4 5-5 ਬੰਦਿਆਂ ਦੀ ਰਿਕਾਰਡਿੰਗ ਹੈ, ਖੁਦ ਉਹਦਾ ਜੁਰਮ ਅਸੈਪਟ ਕਰ ਰਿਹਾ ਅਗਲਾ। ਉਹਦਾ ਗਨਮੈਨ ਸਰਕਾਰੀ ਜਿਹੜਾ ਉਹਨੂੰ ਮਿਲਿਆ ਹੋਇਆ ਸਤਵੀਰ ਸ਼ਰਮਾ। ਫਿਰ ਵੀ ਕੀ ਲੱਗਦਾ ਵੀ ਪੁਲਿਸ ਕਿਉਂ ਨਹੀਂ ਕੰਮ ਕਰ ਰਹੀ? ਕਿਉਂ ਨਹੀਂ ਜਿਹੜੀ ਹੈਗੀ ਹੈ ਐਫਆਈਆਰ ਤੱਕ ਨਹੀਂ ਕੀਤੀ ਪੁਲਿਸ ਨੇ, ਇੰਨਾ ਕੁਝ ਹੋਣ ਦੇ ਬਾਵਜੂਦ? ਐਫਆਈਆਰ ਤਾਂ ਦੂਰ ਹੈ ਸਰ, ਉਹ ਪ੍ਰੈਸ਼ਰਾਈਜ਼ ਹੈ ਪੁਲਿਸ। ਇਹਨੇ ਕਰਤੀ, ਆਪਣੀ ਫੋਰਸ ਵਾਲੀ ਕਰ ਲਈ, ਪੁਲਿਸ ਦੀ ਤਾਕਤ ਲਾ ਕੇ ਕਰ ਲਈ, ਚਾਹੇ ਹੋਰ ਤਰੀਕੇ ਨਾਲ ਕੀਤੀ। ਮੈਂ ਉਹ ਤਰੀਕਾ ਨਹੀਂ ਦੱਸਣਾ ਚਾਹੁੰਦਾ, ਤੁਸੀਂ ਵੀ ਸਮਝਦਾਰ ਹੋ ਸਰ। ਜਾਂ ਤਾਂ ਇਹਨੇ ਪੈਸੇ ਨਾਲ ਖਰੀਦਿਆ, ਕਿਉਂਕਿ ਇੱਥੇ ਚੱਲਦਾ ਹੀ ਪੈਸਾ ਸਰ। ਪਰ ਇੰਨਾ ਕੁ ਹੈ, ਹੁਣ ਭਰੋਸਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਹੈ, ਸਾਡਾ ਬਹੁਤ ਕਾਬਲ, ਇਮਾਨਦਾਰ, ਵਫਾਦਾਰ ਸੀਐਮ ਹੈ ਭਗਵੰਤ ਮਾਨ। ਉਹ ਇਨਸਾਫ ਉਹਦੇ ਜੇਕਰ ਰਾਜ ਨਾ ਮਿਲ ਸਕਿਆ, ਫਿਰ ਇਨਸਾਫ ਕਿਤੇ ਵੀ ਨਹੀਂ ਮਿਲਣਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੱਲ ਕਰ ਰਹੇ ਸੀ ਅਸੀਂ, ਜਿਹੜੀ ਵਿਕਟਿਮ ਫੈਮਿਲੀ ਆ, ਬੜੇ ਸੀਰੀਅਸ ਐਲੀਗੇਸ਼ਨਸ ਨੇ ਜਿਹੜੇ ਉਹ ਪਟਿਆਲਾ ਵਿਖੇ ਪੋਸਟਡ ਨੇ। ਡੀਐਸਪੀ ਸੰਜੀਵ ਸਾਗਰ PSPCL 'ਚ ਉਹਨਾਂ 'ਤੇ ਰੇਪ ਦੇ ਐਲੀਗੇਸ਼ਨਸ ਲਾਏ ਨੇ, ਅਤੇ ਇਹਨਾਂ ਦਾ ਕਹਿਣਾ ਕਿ ਇੱਕ ਵਾਰ ਨਹੀਂ, ਇਹ ਕਈ ਸਾਲਾਂ ਤੱਕ ਬਹੁਤ ਵਾਰ 15 ਤੋਂ 20 ਵਾਰ ਉਹਨਾਂ ਨੇ ਇਹ ਦੁਸ਼ਕਰਮ ਕੀਤਾ। ਅਤੇ ਜਦੋਂ ਇਹਨਾਂ ਦੇ ਧਿਆਨ 'ਚ ਆਇਆ, ਇਹਨਾਂ ਦੇ ਜਿਹੜੇ ਵਿਕਟਿਮ ਨੇ ਉਹਨਾਂ ਦੇ ਹਸਬੈਂਡ ਦੇ, ਅਤੇ ਪੁਲਿਸ ਨੂੰ ਲਗਾਤਾਰ ਅਪਰੋਚ ਕੀਤਾ ਗਿਆ, ਪਰ ਫਿਰ ਵੀ ਪੁਲਿਸ ਵੱਲੋਂ ਐਫਆਈਆਰ ਤੱਕ ਨਹੀਂ ਕੀਤੀ ਗਈ। ਅਤੇ ਹੁਣ ਹਾਰ ਕੇ ਇਹਨਾਂ ਨੇ ਪਟੀਸ਼ਨ ਆ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਹੈ। ਹਾਈ ਕੋਰਟ ਵੱਲੋਂ ਕਿਹਾ ਗਿਆ, ਸਟੇਟਸ ਰਿਪੋਰਟ ਵੀ ਮੰਗੀ ਗਈ ਐਸਆਈਟੀ ਤੋਂ, ਅਤੇ ਨਾਲ ਹੀ ਇਹ ਵੀ ਉਹਦੇ ਵਿੱਚ ਕਿਹਾ ਗਿਆ ਵੀ ਇਹਨਾਂ ਨੂੰ ਕੋਈ ਵੀ ਪੁਲਿਸ ਆਫਿਸਰ ਆ ਜਿਹੜਾ ਉਹ ਹਰਾਸ ਨਾ ਕਰੇ, ਜਿੰਨਾ ਸਮਾਂ ਇਹ ਜਿਹੜਾ ਮੈਟਰ ਹੈ ਕੋਰਟ ਦੇ ਵਿੱਚ ਰਹੂਗਾ। ਸੋ ਭਗਵੰਤ ਮਾਨ ਤੋਂ ਵੀ ਬੜੀ ਉਮੀਦ ਕਰ ਰਹੇ ਨੇ, ਮੁੱਖ ਮੰਤਰੀ ਤੋਂ। ਹੈਲੋ, ਹਾਂਜੀ ਹਾਂਜੀ, ਡੀਐਸਪੀ ਸੰਜੀਵ ਸਾਗਰ ਜੀ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਾਬੂਸ਼ਾਹੀ ਨਿਊਜ਼ ਤੋਂ ਹਰਸ਼ਬਾਬ ਸਿੰਘ ਗੱਲ ਕਰ ਰਿਹਾ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਅੱਛਾ ਜੀ, ਇੱਕ ਨਾ ਉਹ ਜਿਹੜੇ ਫੈਮਿਲੀ ਹੈ ਤੁਹਾਡੇ ਤੇ ਐਲੀਗੇਸ਼ਨਸ ਲਾਏ ਆ, ਕੋਰਟ 'ਚ ਪਹੁੰਚੇ ਸੀ, ਪਟੀਸ਼ਨ ਪਾਈ ਸੀ ਜਿਹੜੀ ਰੇਪ ਦੇ ਐਲੀਗੇਸ਼ਨਸ ਤੁਹਾਡੇ ਤੇ ਲੱਗੇ ਆ। ਹਾਂਜੀ, ਅਤੇ ਉਹਦੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਬ੍ਰਦਰ ਮੈਂ ਤਾਂ ਇਹਦੇ 'ਚ ਕੁਛ ਨਹੀਂ ਕਰ ਸਕਦਾ, ਮੈਟਰ ਸਬਜੂਡਾਈਜ਼ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਮੈਂ ਇਹਦੇ 'ਚ ਇਸ ਸਟੇਜ ਤੇ ਕੁਛ ਵੀ ਨਹੀਂ ਕਹਿ ਸਕਦਾ। ਮੈਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੂਰਾ ਭਰੋਸਾ, ਮੇਰੇ ਅਫਸਰਾਂ ਤੇ ਪੂਰਾ ਭਰੋਸਾ, ਜਿਹੜੀ ਸਿੱਟ ਇਨਕੁਆਇਰੀ ਕਰਦੇ ਉਹਨਾਂ ਤੇ ਪੂਰਾ ਭਰੋਸਾ। ਜੋ ਹੋਊਗਾ ਸੱਚ ਹੀ ਹੋਊਗਾ। ਅਗਰ ਕੋਈ ਇਹੋ ਜਿਹੀ ਗ੍ਰੈਵਿਟੀ ਹੁੰਦੀ ਜਾਂ ਗਲਤ ਕੰਮ ਹੋਇਆ ਹੁੰਦਾ ਤਾਂ ਕੱਲ ਮਾਨਯੋਗ ਹਾਈ ਕੋਰਟ ਕੋਈ ਆਰਡਰ ਕਰ ਦਿੰਦੀ। ਉਹਨਾਂ ਨੇ ਤਾਂ ਇਨਕੁਆਇਰੀ ਚੱਲਣ ਦਾ ਆਰਡਰ ਕਰਦਾ, ਸਿੱਟ ਕਲੋਜ਼ ਚੱਲ ਰਹੀ ਹੈ ਜੀ, ਕਹਿ ਸਕਦਾ ਜੀ ਮੈਂ। ਚਲੋ ਠੀਕ ਹੈ ਜੀ, ਸ਼ੁਕਰੀਆ ਜੀ। ਓਕੇ। ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਅੱਗੇ ਇਸ ਕੇਸ ਦਾ ਕੀ ਬਣੂਗਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਸ।